2 ਅਕਤੂਬਰ ਦੀ ਸ਼ਾਮ ਨੂੰ ਜੋ ਅਸੀਂ ਅੱਖੀ ਦੇਖਿਆ ਤ੍ਰਿਲੋਕਪੁਰੀ 'ਚ ਦੋ ਗਲੀਆਂ ਦੇ ਵਿੱਚ ਜਿੱਥੇ ਲਗਭਗ 300 ਬੰਦਿਆਂ ਦਾ ਕਤਲੇਆਮ ਹੋਇਆ। ਅਸੀਂ ਆਪਣਾ ਜਿਹੜਾ ਪੈਰ ਸੀ ਨਾ ਜੀ ਉਹ ਫਲੈਟ ਨਹੀਂ ਰੱਖ ਸਕਦੇ ਸੀਗੇ ਉੱਥੇ ਗਲੀ ਦੇ ਵਿੱਚ। ਅਸੀਂ ਉਂਗਲਾਂ ਦੇ ਬਲ ਚੱਲ ਰਹੇ ਸੀ ਕਿਉਂਕਿ ਉੱਥੇ ਲਾਸ਼ਾਂ ਪਈਆਂ ਸੀਗੀਆਂ, ਬਾਡੀ ਪਾਰਟ ਪਏ ਸੀ, ਕੇਸ ਪਏ ਸੀ। ਅਸੀਂ ਟੁਰ ਨਹੀਂ ਸਕਦੇ ਸੀ ਜੀ ਉੱਥੇ। ਅਸੀਂ ਆਪਣੇ ਉਂਗਲਾਂ ਦੇ ਬਲ ਚੱਲ ਕੇ ਅਸੀਂ ਉਹ ਗਲੀ ਦੇਖੀ ਜਿੱਥੇ ਇਹ ਕਤਲੇਆਮ ਹੋਇਆ। ਪੁਲਿਸ ਸਟੇਸ਼ਨ ਵੀ ਗਏ, ਉੱਥੇ ਇੱਕ ਦੋ ਪੁਲਿਸ ਸਟੇਸ਼ਨ ਵੀ ਗਏ, ਉੱਥੇ ਵੀ ਅਸੀਂ ਦੇਖਿਆ ਕਿ ਲਾਸ਼ਾਂ ਪਈਆਂ ਹੋਈਆਂ, ਪਰ ਪੁਲਿਸ ਵਾਲੇ ਕਬੂਲ ਨਹੀਂ ਕਰਦੇ ਸੀਗੇ। ਉਹ ਮੰਨਦੇ ਹੀ ਨਹੀਂ ਸੀ ਕਿ ਲਾਸ਼ਾਂ ਹੈਗੀਆਂ ਨਹੀਂ ਹੈਗੀਆਂ। ਉਹ ਕਹਿ ਰਹੇ ਜੀ ਸਾਨੂੰ ਨਹੀਂ ਪਤਾ ਇਹ ਕੀ ਹੋ ਰਿਹਾ। ਸਾਨੂੰ ਇੱਕ ਪੁਲਿਸ ਸਟੇਸ਼ਨ ਤੇ 3 ਨੌਜਵਾਨ ਸਿੱਖ ਸੜੇ ਹੋਏ ਮਿਲੇ। ਇੱਕ ਨੌਜਵਾਨ ਸਿੱਖ ਜਿਹੜਾ ਸੀਗਾ ਉਹ ਅੱਧਾ ਜਿਉਂਦਾ ਸੀ, ਅੱਧਾ ਸੜਿਆ ਹੋਇਆ ਸੀ। ਪੁਲਿਸ ਵਾਲੇ ਸੀਗੇ ਪੁਲਿਸ ਸਟੇਸ਼ਨ ਦੇ ਵਿੱਚ, ਜਿਹੜੀ ਇਹ ਗੱਡੀਆਂ 'ਚ ਅਸੀਂ ਇਹ ਦੇਖਿਆ, ਉਹ ਵੀ ਕਬੂਲ ਕਰਨ ਨੂੰ ਤਿਆਰ ਨਹੀਂ ਸੀਗੇ ਕਿ ਕੁਝ ਹੈ। ਉਹ ਕਹਿੰਦੇ ਸੀ ਜੀ ਕਿ ਹਮਕੋ ਕੁਝ ਨਹੀਂ ਪਤਾ। ਕਾਂਗਰਸ ਪਾਰਟੀ ਦੇ ਛੋਟੇ ਨੁਮਾਇੰਦੇ ਸੀਗੇ, ਉਹਨਾਂ ਨੇ ਇਹਨਾਂ ਨੂੰ ਪੂਰੀ ਛੁੱਟ ਦਿੱਤੀ ਹੋਈ ਸੀ ਔਰ ਇਹਨਾਂ ਨੂੰ ਮਿੱਟੀ ਦਾ ਤੇਲ ਵੀ ਸਪਲਾਈ ਕੀਤਾ, ਇਹਨਾਂ ਨੇ ਉਹ ਛੁਰੇ ਵੀ ਸਪਲਾਈ ਕੀਤੇ, ਤਲਵਾਰਾਂ ਵੀ ਸਪਲਾਈ ਕੀਤੀਆਂ ਔਰ ਸਭ ਤੋਂ ਵੱਡੀ ਗੱਲ ਉਹਨਾਂ ਨੂੰ ਪ੍ਰੋਟੈਕਸ਼ਨ ਦਿੱਤੀ ਕਿ ਉਹਨੇ ਲਾਇਸੈਂਸ ਦੇ ਦਿੱਤਾ ਗੁੰਡਿਆਂ ਨੂੰ, ਬਦਮਾਸ਼ਾਂ ਨੂੰ, ਲੁੱਚਿਆਂ ਨੂੰ, ਕਾਤਲਾਂ ਨੂੰ ਕਿ ਤੁਸੀਂ ਜਾਓ, ਤੁਸੀਂ ਮਾਰੋ ਲੋਕਾਂ ਨੂੰ ਔਰ ਤੁਹਾਨੂੰ ਕੁਝ ਨਹੀਂ ਹੋਏਗਾ ਔਰ ਸਾਡੀ ਸ਼ਹਿ ਤੁਹਾਨੂੰ ਮਿਲੇਗੀ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਟੀਵੀ ਪੰਜਾਬ। ਮੈਂ ਤੁਹਾਡਾ ਨਾਲ ਜਸਪ੍ਰੀਤ ਸਿੰਘ ਅਸ਼ਕ। ਗੱਲ 31 ਅਕਤੂਬਰ 1984 ਤੋਂ ਬਾਅਦ ਦੀ ਕਰਾਂਗੇ ਕਿਉਂਕਿ ਬਾਅਦ ਦੇ ਦਿਨ ਬੜੇ ਮੰਦਭਾਗੇ ਰਹੇ ਨੇ। ਕਤਲੇਆਮ ਹੁੰਦਾ ਦਿੱਲੀ ਦੇ ਵਿੱਚ, ਜਿਨ੍ਹਾਂ ਨੂੰ ਦੰਗੇ ਕਰਾਰ ਦੇ ਦਿੱਤਾ ਜਾਂਦਾ। ਅਨੇਕਾਂ ਮਾਸੂਮਾਂ ਦਾ ਕਤਲ ਕੀਤਾ ਜਾਂਦਾ, ਗਲਾਂ 'ਚ ਟਾਇਰ ਪਾਰੇ ਜਾਂਦੇ ਨੇ ਤੇ ਤੇਲ ਪਾ ਕੇ ਸਾੜਿਆ ਜਾਂਦਾ ਆ। ਹਰ ਕੋਈ ਆਪਣੇ ਆਪਣੇ ਢੰਗ ਨਾਲ ਇਸ ਨੂੰ ਬਿਆਨ ਕਰਦਾ। ਸਰਕਾਰ ਕੁਝ ਕਹਿੰਦੀ ਹੈ, ਆਮ ਲੋਕ ਕੁਝ ਕਹਿੰਦੇ ਨੇ, ਹੋਰ ਜਥੇਬੰਦੀਆਂ ਕੁਝ ਕਹਿੰਦੀਆਂ ਨੇ। ਪਰ ਉੱਥੇ ਹੀ ਰਹਿ ਕੇ ਉਹ ਸਾਰਾ ਕੁਝ ਅੱਖੀ ਦੇਖਣ ਵਾਲੇ ਜਰਨਲਿਸਟ ਜਾਣੀ ਕਿ ਪੱਤਰਕਾਰ ਉਹ ਕੀ ਕਹਿੰਦੇ ਨੇ। ਸਾਡੇ ਨਾਲ ਰਾਹੁਲ ਬੇਦੀ ਜੀ ਸੀਨੀਅਰ ਜਰਨਲਿਸਟ ਮੌਜੂਦ ਨੇ, ਉਹਨਾਂ ਨਾਲ ਚਰਚਾ ਕਰਦੇ ਹਾਂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਰ, ਤੁਸੀਂ ਉਸ ਸਮੇਂ ਉੱਥੇ ਮੌਜੂਦ ਸੀਗੇ, ਤੁਸੀਂ ਕਵਰੇਜ ਕੀਤੀ, ਸਭ ਕੁਝ ਦੇਖਿਆ। ਅੱਜ ਵੀ ਜਦ ਜ਼ਹਿਨ 'ਚ ਆਉਂਦਾ ਤਾਂ ਕੀ ਸਭ ਤੋਂ ਪਹਿਲਾਂ? ਦੇਖੋ ਜੀ, ਇਹ ਗੱਲ ਤਾਂ ਭੁੱਲਦੀ ਨਹੀਂ ਕਿਉਂਕਿ ਇਹ ਗੱਲ ਨੂੰ ਹੁਣ 38 ਸਾਲ ਹੋ ਗਏ ਨੇ, ਆਲਮੋਸਟ 40 ਸਾਲ ਹੋ ਗਏ ਨੇ। ਪਰ ਉਹ ਜੋ ਉਸ ਦਿਨ ਅਸੀਂ ਅੱਖੀ ਦੇਖਿਆ, ਉਹ ਸ਼ਾਮ ਨੂੰ 2 ਅਕਤੂਬਰ ਦੀ ਸ਼ਾਮ ਨੂੰ ਜੋ ਅਸੀਂ ਅੱਖੀ ਦੇਖਿਆ ਤ੍ਰਿਲੋਕਪੁਰੀ 'ਚ ਦੋ ਗਲੀਆਂ ਦੇ ਵਿੱਚ ਜਿੱਥੇ ਲਗਭਗ 300 ਬੰਦਿਆਂ ਦਾ ਕਤਲੇਆਮ ਹੋਇਆ। 48 ਘੰਟਿਆਂ ਦੇ ਉੱਪਰ ਉਹਨਾਂ ਨੂੰ ਮਾਰਿਆ, ਆਰਾਮ ਨਾਲ ਮਾਰਿਆ ਔਰ ਉਹਨਾਂ ਨੇ ਲਗਭਗ 300 ਬੰਦੇ ਮਾਰੇ ਓਫੀਸ਼ਲੀ। ਤੇ ਮੇਰਾ ਖਿਆਲ ਤ੍ਰਿਲੋਕਪੁਰੀ ਦੇ ਵਿੱਚ ਉਹਨਾਂ ਨੇ 50 ਬੰਦਿਆਂ ਦਾ ਰਜਿਸਟਰ ਕੀਤਾ ਜੀ ਕਿ ਇੱਥੇ 50-60 ਬੰਦੇ ਮਰੇ ਆ, ਪਰ 300 ਬੰਦੇ ਮਰੇ। ਔਰ ਉਹ ਜਿਹੜੀਆਂ ਦੋ ਗਲੀਆਂ ਸੀਗੀਆਂ ਜੀ ਉਹ ਲਗਭਗ ਕੋਈ 150 ਗਜ਼ ਲੰਮੀਆਂ ਹੋਣੀਆਂ ਔਰ ਉਹਦੇ ਆਸ-ਪਾਸ ਛੋਟੇ-ਛੋਟੇ 25-25 ਗਜ਼ ਦੇ ਘਰ ਸੀਗੇ। ਕੋਈ ਇੰਨੇ ਕੀ ਕੋਈ 100-150 ਘਰ ਹੋਣਾ ਜੀ ਉਹਦੇ 'ਚ। ਔਰ ਉਹ ਜਿਹੜੀ ਗਲੀਆਂ ਸੀਗੀਆਂ ਉੱਥੇ ਜੀ ਅੱਜ ਵੀ ਮੈਂ ਜਦੋਂ ਸੋਚਦਾ ਔਰ ਰੋਣਾ ਆਉਂਦਾ ਹੈ ਔਰ ਇੱਕ ਜਿਹਨੂੰ ਅੰਗਰੇਜ਼ੀ 'ਚ ਨਾਈਟਮੇਅਰ ਕਹਿੰਦੇ ਨੇ ਉਹ ਆਉਂਦਾ ਕਿ ਅਸੀਂ ਆਪਣਾ ਜਿਹੜਾ ਪੈਰ ਸੀ ਨਾ ਜੀ ਉਹ ਫਲੈਟ ਨਹੀਂ ਰੱਖ ਸਕਦੇ ਸੀਗੇ ਉੱਥੇ ਗਲੀ ਦੇ ਵਿੱਚ। ਅਸੀਂ ਉਂਗਲਾਂ ਦੇ ਬਲ ਚੱਲ ਰਹੇ ਸੀ ਕਿਉਂਕਿ ਉੱਥੇ ਲਾਸ਼ਾਂ ਪਈਆਂ ਸੀਗੀਆਂ, ਬਾਡੀ ਪਾਰਟ ਪਏ ਸੀ, ਕੇਸ ਪਏ ਸੀ। ਅਸੀਂ ਟੁਰ ਨਹੀਂ ਸਕਦੇ ਸੀ ਜੀ ਉੱਥੇ। ਅਸੀਂ ਆਪਣੇ ਉਂਗਲਾਂ ਦੇ ਬਲ ਚੱਲ ਕੇ ਅਸੀਂ ਉਹ ਗਲੀ ਦੇਖੀ ਜਿੱਥੇ ਇਹ ਕਤਲੇਆਮ ਹੋਇਆ। ਪੱਤਰਕਾਰੀ ਦਾ ਆਮ ਜਿਹਾ ਦਿਨ ਲੱਗਿਆ ਹੋਣਾ, ਜਿਵੇਂ ਸਾਨੂੰ ਵੀ, ਅਸੀਂ ਵੀ ਖਬਰ ਮਿਲਦੀ, ਸਾਨੂੰ ਲੱਗਦਾ ਵੀ ਛੋਟੀ ਮੋਟੀ ਗੱਲ, ਅਸੀਂ ਪਹੁੰਚਦੇ ਹਾਂ ਤਾਂ ਇੰਸੀਡੈਂਟ ਦਾ ਪਤਾ ਲੱਗਦਾ। ਉਦਾਂ ਹੀ ਜਾਂ ਤੁਹਾਨੂੰ ਖਬਰ ਮਿਲੀ ਜਾਂ ਤੁਸੀਂ ਖੁਦ ਜਾਂ ਰੱਖੀ ਦੇਖਿਆ? ਨਹੀਂ ਜੀ, ਅਸੀਂ ਜਦੋਂ 1 ਤਰੀਕ ਨੂੰ ਅਸੀਂ ਗਏ ਉੱਥੇ ਆਪਣੇ ਦਫ਼ਤਰ, 31 ਨੂੰ ਮਿਸਿਸ ਗਾਂਧੀ ਦਾ ਅਸੈਸੀਨੇਸ਼ਨ ਹੋਇਆ। 1 ਨੂੰ ਅਸੀਂ ਆਪਣੇ ਸਵੇਰੇ ਜਦੋਂ ਦਫ਼ਤਰ ਗਏ ਤੇ ਸਾਡੀ ਕੰਟੀਨ 'ਚ ਇੱਕ ਮੁੰਡਾ ਉੱਥੋਂ ਤ੍ਰਿਲੋਕਪੁਰੀ ਤੋਂ ਭੱਜ ਕੇ ਆਇਆ ਸੀ। ਉਹਨੇ ਆਪਣੇ ਕੇਸ ਤਾਂ ਦਾੜੀ ਮੁੰਨ ਲਏ ਸੀ ਤੇ ਉਹ ਲੁਕਦਾ ਖੇਤਾਂ 'ਚ, ਉਹਨਾਂ ਦਿਨਾਂ 'ਚ ਇੰਨੀ ਡਿਵੈਲਪਮੈਂਟ ਨਹੀਂ ਹੋਈ ਸੀ, ਤੇ ਉਹ ਖੇਤਾਂ 'ਚੋਂ ਲੁਕਦਾ ਸਾਡੀ ਕੰਟੀਨ, ਸਾਡੀ ਦਫ਼ਤਰ ਅਖਬਾਰ ਦੀ ਕੰਟੀਨ 'ਚ ਆ ਗਿਆ ਕਿਉਂਕਿ ਉਹਨੂੰ ਕੋਈ ਕੰਟੀਨ 'ਚ ਜਾਣਦਾ ਸੀ। ਤੇ ਉਹ ਪੁਲਿਸ ਤੋਂ ਔਰ ਸਰਕਾਰੀ ਅਫਸਰਾਂ ਤੋਂ ਡਰਦਾ ਸੀ ਕਿਉਂਕਿ ਉਹਨੂੰ ਇਹ ਇਲਮ ਹੋ ਗਿਆ ਸੀਗਾ ਕਿ ਇਹਨਾਂ ਦੀ ਵੀ ਇਹਦੇ 'ਚ ਇਹਦਾ ਹੱਥ ਹੈ। ਸੋ ਉਹ ਸਾਡੀ ਕੰਟੀਨ 'ਚ ਆ ਗਿਆ ਸੀ ਕਿ ਸ਼ਾਇਦ ਅਖਬਾਰ ਵਾਲੇ ਕੁਛ ਨਾ ਕੁਛ ਸਾਡੇ ਲਈ ਕਰ ਸਕਣ। ਤੇ ਉਹਨੇ ਸਾਨੂੰ
ਉਹਨੂੰ ਅਸੀਂ ਮਿਲੇ ਤੇ ਉਹਦੇ ਜ਼ਰੀਏ ਸਾਨੂੰ ਪਤਾ ਲੱਗਾ। ਤੇ ਜਦੋਂ ਪਤਾ ਲੱਗਣ ਦੇ ਬਾਅਦ ਫਿਰ ਅਸੀਂ ਤਰਲੋਕਪੁਰੀ ਗਏ। ਦਿਨੇ ਗਏ ਜਦੋਂ ਸਾਨੂੰ ਸਾਡੇ ਤੇ ਪਥਰਾਅ ਹੋਇਆ, ਸਾਨੂੰ ਅੰਦਰ ਨਹੀਂ ਜਾਣ ਦਿੱਤਾ। ਇੱਕ ਬੜਾ ਵੱਡਾ ਉੱਥੇ ਕਰਾਊਡ ਸੀਗਾ ਜੀ, ਮੌਬ ਸੀਗਾ, ਜਿਨ੍ਹਾਂ ਕੋਲ ਲਾਠੀਆਂ ਸੀਗੀਆਂ, ਪੱਥਰ ਸੀਗੇ, ਤਲਵਾਰਾਂ ਸੀਗੀਆਂ। ਉਹਨਾਂ ਨੇ ਸਾਨੂੰ ਅੰਦਰ ਨਹੀਂ ਜਾਣ ਦਿੱਤਾ। ਅਸੀਂ ਫਿਰ ਵਾਪਸ ਆਏ ਪੁਲਿਸ ਹੈੱਡਕੁਆਟਰ, ਉੱਥੇ ਤਰਲੇ ਕੀਤੇ ਪੁਲਿਸ ਦੇ ਕਿ ਕੁਝ ਤੁਸੀਂ ਸਾਡੇ ਨਾਲ ਭੇਜੋ ਕਿਉਂਕਿ ਉੱਥੇ ਕੁਝ ਹੋ ਰਿਹਾ। ਉਹਨਾਂ ਨੇ ਕੁਝ ਨਹੀਂ ਕੀਤਾ। ਫਿਰ ਅਸੀਂ ਫਿਰ ਸ਼ਾਮ ਨੂੰ ਜਦੋਂ ਵਾਪਸ ਗਏ ਹਾਂ ਤੇ ਉਹੀ ਸੀਨ ਜਿਹੜਾ ਮੈਂ ਤੁਹਾਨੂੰ ਪਹਿਲਾਂ ਦੱਸਿਆ ਉਹ ਅਸੀਂ ਵੇਖਿਆ ਜੀ। ਜਦ ਤੁਸੀਂ ਪੁਲਿਸ ਨੂੰ ਇਹ ਕਹਿ ਰਹੇ ਸੀਗੇ ਜਦੋਂ ਘਟਨਾ ਵਾਪਰ ਰਹੀ ਸੀ, ਜੇਕਰ ਪੁਲਿਸ ਸਹੀ ਕਦਮ ਚੱਕਦੀ ਤਾਂ ਸ਼ਾਇਦ ਮੰਜ਼ਰ ਕੁਛ ਜੀ ਉਹ ਅਸੀਂ ਪੁਲਿਸ ਸਟੇਸ਼ਨ ਵੀ ਗਏ, ਉੱਥੇ ਇੱਕ ਦੋ ਪੁਲਿਸ ਸਟੇਸ਼ਨ ਵੀ ਗਏ। ਉੱਥੇ ਵੀ ਅਸੀਂ ਦੇਖਿਆ ਕਿ ਲਾਸ਼ਾਂ ਪਈਆਂ ਹੋਈਆਂ, ਪਰ ਪੁਲਿਸ ਵਾਲੇ ਕਬੂਲ ਨਹੀਂ ਕਰਦੇ ਸੀਗੇ। ਉਹ ਮੰਨਦੇ ਹੀ ਨਹੀਂ ਸੀ ਕਿ ਲਾਸ਼ਾਂ ਹੈਗੀਆਂ ਨਹੀਂ ਹੈਗੀਆਂ। ਉਹ ਕਹਿ ਰਹੇ ਜੀ ਸਾਨੂੰ ਨਹੀਂ ਪਤਾ ਇਹ ਕੀ ਹੋ ਰਿਹਾ। ਸਾਨੂੰ ਇੱਕ ਪੁਲਿਸ ਸਟੇਸ਼ਨ ਤੇ 3 ਨੌਜਵਾਨ ਸਿੱਖ ਸੜੇ ਹੋਏ ਮਿਲੇ। ਇੱਕ ਨੌਜਵਾਨ ਸਿੱਖ ਜਿਹੜਾ ਸੀਗਾ ਉਹ ਅੱਧਾ ਜਿਉਂਦਾ ਸੀ, ਅੱਧਾ ਸੜਿਆ ਹੋਇਆ ਸੀ। ਉਹਦੀ ਥੋੜੀ ਜਾਨ ਸੀਗੀ, ਥੋੜੀ ਦੇਰ ਬਾਅਦ ਉਹ ਵੀ ਫੌਤ ਹੋ ਗਿਆ, ਉਹਦੀ ਮੌਤ ਹੋ ਗਈ। ਔਰ ਪਰ ਉਹ ਜਿਹੜੇ ਪੁਲਿਸ ਵਾਲੇ ਸੀਗੇ ਪੁਲਿਸ ਸਟੇਸ਼ਨ ਦੇ ਵਿੱਚ, ਜਿਹੜੀ ਇਹ ਗੱਡੀਆਂ 'ਚ ਅਸੀਂ ਇਹ ਦੇਖਿਆ, ਉਹ ਵੀ ਕਬੂਲ ਕਰਨ ਨੂੰ ਤਿਆਰ ਨਹੀਂ ਸੀਗੇ ਕਿ ਕੁਝ ਹੈ। ਉਹ ਕਹਿੰਦੇ ਸੀ ਜੀ ਕਿ ਹਮਕੋ ਕੁਝ ਨਹੀਂ ਪਤਾ। ਇਹ ਗੱਲ ਜ਼ਰੂਰ ਜਿਹੜੇ ਲੋਕਾਂ 'ਚ ਕਹੀ ਜਾਂਦੀ ਆ ਕਿ ਹਿੰਦੂ ਤੇ ਸਿੱਖ, ਮੈਂ ਮਤਲਬ ਹਜੇ ਪੱਤਰਕਾਰੀ ਤੌਰ ਤੇ ਨਹੀਂ ਇੱਕ ਸਮੁਦਾਇ ਦਾ ਟਾਰਗੇਟ, ਪਰ ਉਹ ਕਹਿੰਦੇ ਨੇ ਕਿ ਹਿੰਦੂ ਤੇ ਸਿੱਖ ਲੜੇ, ਕਿ ਵਾਕਈ ਲੱਗਿਆ ਕਿ ਲੜੇ, ਕਿ ਗਵਾਂਢੀ ਲੜੇ ਜਾਂ ਫਿਰ ਕੋਈ ਹੋਰ ਕੁਝ? ਨਹੀਂ ਜੀ ਨਹੀਂ, ਇਹ ਜਿਹੜੀ ਅੱਜ ਦੀ ਤਰੀਕ ਦੇ ਵਿੱਚ ਵੀ 38 ਸਾਲ ਬਾਅਦ ਇਹਨੂੰ ਰਾਇਟ ਕਿਹਾ ਜਾਂਦਾ ਹੈ, ਦੰਗਾ ਕਿਹਾ ਜਾਂਦਾ ਹੈ। ਰਾਇਟ ਨਹੀਂ ਸੀਗੀ ਜੀ, ਇਹ ਸਟੇਟ ਸਪਾਂਸਰਡ, ਜਿਹਨੂੰ ਅੰਗਰੇਜ਼ੀ 'ਚ ਲਫ਼ਜ਼ ਹੈ ਇੱਕ ਪੋਗਰਾਮ ਜਾਂ ਐਥਨਿਕ ਕਲੈਂਜ਼ਿੰਗ ਜਾਂ ਜੈਨੋਸਾਈਡ। ਇਹ ਤੁਸੀਂ ਇਹ ਤਿੰਨੋਂ ਲਫ਼ਜ਼ ਜਿਹੜੇ ਨੇ ਇਹ ਅਪਲਾਈ ਕਰਦੇ ਨੇ ਜੀ ਇਹਨੂੰ, ਕਿਉਂਕਿ ਇਹ ਰਾਇਟ ਕਿਸੇ ਹੱਦ ਤੱਕ ਇਹਨੂੰ ਰਾਇਟ ਕਹਿਣਾ ਹੀ ਨਹੀਂ ਚਾਹੀਦਾ, ਕਿਉਂਕਿ ਰਾਇਟ ਦੇ ਵਿੱਚ ਦੋ ਕਮਿਊਨਿਟੀ ਜਿਹੜੀਆਂ ਨੇ ਉਹ ਇੱਕ ਦੂਜੇ ਨਾਲ ਲੜਦੀਆਂ ਨੇ। ਇਹਦੇ ਵਿੱਚ ਕੋਈ ਲੜਾਈ ਨਹੀਂ ਸੀਗੀ ਜੀ। ਇਹਦੇ ਵਿੱਚ ਉਹਨਾਂ ਨੇ ਪੁਲਿਸ ਨੂੰ ਪੂਰੀ ਛੁੱਟ ਦਿੱਤੀ ਹੋਈ ਸੀ ਕਿ ਤੁਸੀਂ ਜੋ ਕਰਨਾ ਕਰੋ। ਤੇ ਇਹ ਰਾਇਟ, ਮੈਂ ਤਾਂ ਸੋਚਦਾ ਕਿ ਰਾਇਟ ਇਹਨੂੰ ਕਹਿਣਾ ਹੀ ਨਹੀਂ ਚਾਹੀਦਾ ਜੀ। ਤੁਸੀਂ ਖੁਦ ਦੇਖਿਆ ਕਿਸੇ ਨੂੰ ਐਸੇ ਕੁਝ ਮਿਨਿਸਟਰ ਨੂੰ, ਜਾਂ ਕਹੀਏ ਜਿਵੇਂ ਅੱਜ ਦੇ ਨਾਮ ਆਉਂਦੇ ਨੇ, ਕੁਝ ਚੁਣਿੰਦਾ ਨਾਮ ਆਉਂਦੇ ਨੇ, ਉਹਨਾਂ ਦੇ ਜਾਂ ਉਹਨਾਂ ਦੇ ਕਿਸੇ ਨੁਮਾਇੰਦੇ ਨੂੰ ਜਿਹੜਾ ਲੀਡ ਕਰ ਰਿਹਾ ਹੋਵੇ? ਦੇਖੋ ਜੀ, ਨੁਮਾਇੰਦੇ ਤੇ ਮੈਂ ਨਹੀਂ ਦੇਖੇ, ਸੱਚੀ ਗੱਲ ਦੱਸਾਂ ਤੁਹਾਨੂੰ। ਨੁਮਾਇੰਦੇ ਤੇ ਮੈਂ ਕੋਈ ਨਹੀਂ ਦੇਖਿਆ। ਕੋਈ ਪੋਲੀਟੀਸ਼ੀਅਨ ਦਾ ਨੁਮਾਇੰਦਾ, ਵੱਡਾ ਛੋਟਾ ਦਰਮਿਆਨਾ, ਉਹ ਮੈਂ ਕੋਈ ਨਹੀਂ ਦੇਖਿਆ। ਪਰ ਪੁਲਿਸ ਵਾਲੇ ਜ਼ਰੂਰ ਦੇਖੇ ਜੀ। ਪੁਲਿਸ ਵਾਲੇ ਜਿਹੜੇ ਲਾਅ ਐਂਡ ਆਰਡਰ ਸਿਚੁਏਸ਼ਨ ਕੰਟਰੋਲ ਕਰ ਸਕਦੇ ਸੀਗੇ, ਉਹਨਾਂ ਨੇ ਨਹੀਂ ਕੀਤੀ। ਜਿਹੜੇ ਗੋਲੀ ਚਲਾ ਕੇ ਅੱਗੇ ਵੱਧ ਸਕਦੇ ਸੀਗੇ, ਕਰਾਊਡ ਨੂੰ ਡਿਸਪਰਸ ਕਰ ਸਕਦੇ ਸੀ, ਉਹ ਵੀ ਨਹੀਂ ਉਹ ਮੈਂ ਦੇਖੇ। ਸੋ ਇਹਦੇ ਵਿੱਚ ਪੁਲਿਸ ਦਾ ਤਾਂ ਪੂਰਾ ਹੱਥ ਸੀਗਾ ਜੀ। ਔਰ ਅਲਟੀਮੇਟਲੀ ਮੇਰਾ ਖਿਆਲ 2 ਜਾਂ 3 ਜਾਂ ਜ਼ਿਆਦਾ ਤੋਂ ਜ਼ਿਆਦਾ 5 ਜਾਂ 6 ਪੁਲਿਸ ਵਾਲੇ ਹੋਣੇ ਜਿਨ੍ਹਾਂ ਦੇ ਖਿਲਾਫ ਕੋਈ ਕਾਰਵਾਈ ਹੋਈ, ਨਹੀਂ ਤਾਂ ਕੋਈ ਕਾਰਵਾਈ ਨਹੀਂ ਹੋਈ। ਵੱਡੇ ਪੁਲਿਸ ਵਾਲੇ ਤਾਂ ਸਾਰੇ ਲੰਘ ਗਏ, ਕਈਆਂ ਨੂੰ ਪ੍ਰਮੋਸ਼ਨਾਂ ਵੀ ਮਿਲ ਗਈਆਂ ਔਰ ਫੜਿਆ ਕੋਈ ਨਹੀਂ ਗਿਆ ਜੀ। ਤੁਸੀਂ ਦੇਖਿਆ ਹੈ ਸਾਰਾ ਮੰਜ਼ਰ, ਤਾਂ ਮੋਸਟਲੀ ਜਿਹੜੇ ਭੀੜ ਸੀ, ਜਿਹੜੇ ਮਾਰਨ ਵਾਲੇ ਲੋਕ ਸੀਗੇ, ਉਹ ਕੀ ਸਿਰਫ ਬੰਦਿਆਂ ਨੂੰ ਮੇਨ ਜਿਹੜਾ ਸਿੱਖਣ ਨੂੰ ਆ ਰਿਹਾ, ਕਿ ਬੱਚੇ ਲੇਡੀ ਸਾਰੀਆਂ ਜਿਹੜਾ ਮੂਹਰੇ ਆਇਆ ਬਸ ਸਿੱਖਾ ਤੇ? ਇਹ ਮੋਸਟਲੀ ਤਾਂ ਇਹ ਤਰਲੋਕਪੁਰੀ 'ਚ ਬੱਚੇ ਵੀ ਸੀਗੇ, ਜਿਹੜੇ ਆਦਮੀ ਮੁੰਡੇ ਵੀ ਸੀਗੇ। ਲੇਡੀਜ਼ ਦਾ ਤਾਂ ਮੈਂ ਨਹੀਂ ਦੇਖਿਆ ਜੀ। ਬਟ ਜਿਹੜੇ ਮੇਲ ਪਾਪੂਲੇਸ਼ਨ ਸੀਗੀ ਸਿੱਖਾਂ ਦੀ, ਜਿੱਥੇ ਆਦਮੀ ਸੀਗੇ, ਮੁੰਡੇ ਸੀਗੇ, ਉਹ ਉਹਨਾਂ ਨੇ ਕੋਈ ਨਹੀਂ ਬਖਸ਼ਿਆ। ਬਿਹੇਵੀਅਰ ਸੀ ਜਿਹੜੇ ਨਾਲ ਦੇ ਹੁੰਦੇ ਨੇ, ਜਿਹੜੇ ਲੋਕ ਸੀਗੇ, ਇਹ ਵੀ ਬਹੁਤ ਸੁਣਿਆ ਵੀ ਪੋਜ਼ਿਟਿਵ ਰਿਹਾ, ਬਚਾਇਆ ਵੀ ਉਹਨਾਂ ਨੇ ਬਹੁਤ। ਦੇਖੋ ਜੀ, ਇਹ ਵੀ ਗੱਲ ਹੈ ਕਿ ਬੜੇ ਹਿੰਦੂਆਂ ਨੇ ਸਿੱਖਾਂ ਨੂੰ ਬਚਾਇਆ ਵੀ, ਆਪਣੇ ਘਰ 'ਚ ਪਨਾਹ ਦਿੱਤੀ, ਆਪਣੇ ਘਰਾਂ 'ਚ ਲੈ ਗਏ, ਉਹਨਾਂ ਨੂੰ ਨਠਾ ਕੇ ਲੈ ਗਏ, ਉਹਨਾਂ ਨੂੰ ਰੱਖਿਆ ਆਪਣੇ ਘਰਾਂ 'ਚ, ਬੜੇ ਦਿਨ ਰੱਖਿਆ, ਬੜੇ ਹਫ਼ਤੇ ਰੱਖਿਆ। ਇਹ ਵੀ ਬੜੇ ਵਾਕਿਆ ਹੋਏ ਉੱਥੇ। ਪਰ ਜਿਹੜੇ ਇਹ ਤਰਲੋਕਪੁਰੀ ਦੇ ਵਿੱਚ ਸੀਗੇ ਮਾਰਨ ਵਾਲੇ, ਉਹ ਤਾਂ ਸੁਣਨ 'ਚ ਆ ਰਿਹਾ ਜੀ ਉੱਥੋਂ ਉਹਦੇ ਬਾਅਦ ਵੀ ਕਿ ਇਹ ਜਿਹੜੇ ਲੋਕਲ ਹੀ ਸੀਗੇ ਜੀ। ਔਰ ਇਹਨਾਂ ਨੂੰ ਜਿਹੜੇ ਕਾਂਗਰਸ ਪਾਰਟੀ ਦੇ ਛੋਟੇ ਨੁਮਾਇੰਦੇ ਸੀਗੇ, ਉਹਨਾਂ ਨੇ ਇਹਨਾਂ ਨੂੰ ਪੂਰੀ ਛੁੱਟ ਦਿੱਤੀ ਹੋਈ ਸੀ। ਔਰ ਇਹਨਾਂ ਨੂੰ ਮਿੱਟੀ ਦਾ ਤੇਲ ਵੀ ਸਪਲਾਈ ਕੀਤਾ, ਇਹਨਾਂ ਨੇ ਉਹ ਛੁਰੇ ਵੀ ਸਪਲਾਈ ਕੀਤੇ, ਤਲਵਾਰਾਂ ਵੀ ਸਪਲਾਈ ਕੀਤੀਆਂ, ਔਰ ਸਭ ਤੋਂ ਵੱਡੀ ਗੱਲ ਉਹਨਾਂ ਨੂੰ ਪ੍ਰੋਟੈਕਸ਼ਨ ਦਿੱਤੀ ਜੀ। ਰੋਕਣ ਦੀ ਬਜਾਏ ਉਹਨਾਂ ਨੂੰ ਬੂਸਟ ਕੀਤਾ ਜਾ ਰਿਹਾ ਸੀ ਵੀ ਤੁਸੀਂ ਮਾਰੋ ਸਿੱਖਾਂ ਨੂੰ। ਬਿਲਕੁਲ ਜੀ, ਬਿਲਕੁਲ। ਜਰਨਲਿਸਟ ਤੁਸੀਂ ਜਦ ਕੰਮ ਕਰ ਰਹੇ ਸੀ, ਦੇਖ ਰਹੇ ਸੀ, ਅਸੀਂ ਜਦ ਜਾਂਦੇ ਹਾਂ ਫੀਲਡ ਦੇਖਦੇ ਹਾਂ, ਹੁਣ ਤਾਂ ਸਟੋਰੀ ਕਰਕੇ ਘਰੇ ਆ ਜਾਂਦੇ ਹਾਂ, ਕਈ ਵਾਰ ਥੋੜੀ ਚਿੰਤਾ ਰਹਿੰਦੀ ਆ, ਪਰ ਕਿੰਨੀ ਕੁ ਦੇਰ ਦਿਮਾਗ ਤੇ ਸਾਰਾ ਕੁਝ ਘੁੰਮਦਾ ਰਿਹਾ? ਮੈਂ ਤਾਂ ਬਹੁਤ ਉਹਦੇ ਬਾਅਦ ਮੈਂ
ਪਬਲਿਕ ਇੰਟਰਸਟ ਲਿਟੀਗੇਸ਼ਨ ਵੀ ਕੀਤੀ, ਮੈਂ ਕੇਸ ਵੀ ਫਾਈਲ ਕੀਤੇ ਹਾਈ ਕੋਰਟ ਦੇ ਵਿੱਚ, ਪਰਸਨਲੀ ਫਾਈਲ ਕੀਤੇ ਪੁਲਿਸ ਦੇ ਖਿਲਾਫ, ਪੋਲੀਟੀਸ਼ੀਅਨਾਂ ਦੇ ਖਿਲਾਫ, ਪਰ ਉਹਦਾ ਕੁਝ ਬਣਿਆ ਨਹੀਂ ਜੀ, ਕਿਉਂਕਿ ਉਹਨਾਂ ਨੇ ਫਿਰ ਮਿਸਰਾ ਕਮਿਸ਼ਨ ਦੀ ਇਨਕੁਆਇਰੀ ਬਿਠਾਤੀ। ਸੋ ਜਿਹੜੇ ਸਾਰੇ ਕੇਸ ਸੀਗੇ, ਜਿਹੜੇ ਸਾਰੇ ਫਾਈਲ ਕੀਤੇ ਸੀ ਮੇਰੇ ਵਰਗਿਆਂ ਨੇ, PIL ਜਿਹਨੂੰ ਕਹਿੰਦੇ ਆ, ਉਹ ਫਿਰ ਉਹ ਮਿਸਰਾ ਕਮਿਸ਼ਨ ਦੇ ਹਵਾਲੇ ਆ ਗਏ। ਸੋ ਉਹ ਮਿਸਰਾ ਕਮਿਸ਼ਨ ਦਾ ਤਾਂ ਸਾਰਿਆਂ ਨੂੰ ਪਤਾ ਹੀ ਹੈ, ਕਿਉਂਕਿ ਮਿਸਰਾ ਕਮਿਸ਼ਨ ਦੇ ਬਾਅਦ ਕੋਈ 14 ਹੋਰ ਇਨਕੁਆਇਰੀਆਂ ਹੋਈਆਂ ਜੀ, ਹੋਰ ਕਮਿਸ਼ਨਾਂ ਬੈਠੀਆਂ 1985 ਤੋਂ ਲੈ ਕੇ ਕੋਈ 2010 2011 ਤੱਕ, ਅਗਲੇ 25 ਸਾਲ 15 ਕਮਿਸ਼ਨਾਂ ਬੈਠੀਆਂ ਪੂਰੀਆਂ। ਉਹਦੇ ਨਾਲ ਕੋਈ ਮੇਰਾ ਖਿਆਲ ਕੋਈ 200 ਜਾਂ 300 ਇਹਨਾਂ ਨੇ FIR ਫਾਈਲ ਕੀਤੇ, ਔਰ ਲਗਭਗ 10 ਜਾਂ 12 ਬੰਦਿਆਂ ਦੀ ਕਨਵਿਕਸ਼ਨ ਹੋਈ। ਔਰ ਉਹ ਜਿਹੜੇ 300 ਇਹਨਾਂ ਨੇ FIR ਵੀ ਫਾਈਲ ਕੀਤੇ, ਉਹ ਇੱਕ ਬੰਦੇ ਦੇ ਖਿਲਾਫ 7 ਕੇਸ ਉਹਨਾਂ ਨੇ ਉਹ ਪਾਤੇ, ਮਰਡਰ ਇਹ ਉਹ। ਸੋ ਉਹ ਕੋਈ ਮਾਇਨੇ ਨਹੀਂ ਰੱਖਦਾ ਜੀ, ਉਹ ਕੋਈ ਇੱਕ ਮਜ਼ਾਕ ਜਿਹਾ ਹੀ ਬਣਾਤਾ ਇਹਨਾਂ ਨੇ। ਮਤਲਬ ਜਾਨ ਦੀ ਕਦਰ ਜਿਹੜੀ ਉਹ ਨਹੀਂ ਰਹੀ। ਕਦੇ ਕਦੇ ਹੁਣ ਵੀ ਜਦ ਮੰਜ਼ਰ ਯਾਦ ਆਉਂਦਾ ਹੈ ਤਾਂ ਜ਼ਰੂਰ ਬਿਲਕੁਲ ਬਿਲਕੁਲ ਯਾਦ ਆਉਂਦਾ ਹੈ ਜੀ। ਔਰ ਇਹ ਪਹਿਲੀ ਵਾਰੀ ਸੀਗਾ ਇਹ ਆਜ਼ਾਦ ਹਿੰਦੁਸਤਾਨ ਦੇ ਵਿੱਚ, ਜਦੋਂ ਸਟੇਟ ਜਿਹੜੀ ਸੀਗੀ, ਗਵਰਨਮੈਂਟ ਜਿਹੜੀ ਸੀਗੀ, ਅਥਾਰਟੀ ਜਿਹੜੀ ਸੀਗੀ, ਉਹ ਕਿਲਰ ਬਣ ਗਈ, ਉਹ ਲਾਇਸੈਂਸਡ ਕਿਲਰ ਬਣ ਗਈ। ਉਹਨੇ ਲਾਇਸੈਂਸ ਦੇ ਦਿੱਤਾ ਗੁੰਡਿਆਂ ਨੂੰ, ਬਦਮਾਸ਼ਾਂ ਨੂੰ, ਲੁੱਚਿਆਂ ਨੂੰ, ਕਾਤਲਾਂ ਨੂੰ, ਕਿ ਤੁਸੀਂ ਜਾਓ, ਤੁਸੀਂ ਮਾਰੋ ਲੋਕਾਂ ਨੂੰ, ਔਰ ਤੁਹਾਨੂੰ ਕੁਝ ਨਹੀਂ ਹੋਏਗਾ, ਔਰ ਸਾਡੀ ਸ਼ਹਿ ਤੁਹਾਨੂੰ ਮਿਲੇਗੀ। ਆਰਮੀ ਦੇ ਆਉਣ ਨਾਲ ਕਿੰਨਾ ਕੁ ਫਰਕ ਪਿਆ? ਜਦ ਆਰਮੀ ਪਹੁੰਚਦੀ ਹੈ ਜਦ ਕੀ ਸੀ? ਇਹ ਵੀ ਬੜੀ ਇੱਕ ਸ਼ਰਮ ਦੀ ਗੱਲ ਹੈ ਜੀ, ਕਿ ਆਰਮੀ ਨੂੰ ਹਾਲਾਂਕਿ ਇੱਕ ਦਿਨ ਦੇ ਵਿੱਚ ਇਹਨਾਂ ਨੇ ਡਿਪਲੋਏ ਕਰਤਾ ਸੀ, ਪਰ ਆਰਮੀ ਨੂੰ ਇਹਨਾਂ ਨੇ ਇਜਾਜ਼ਤ ਔਰ ਹੁਕਮ ਨਹੀਂ ਦਿੱਤਾ ਐਕਸ਼ਨ ਲੈਣ ਦਾ, ਨਾ ਗੋਲੀ ਚਲਾਉਣ ਦਾ, ਨਾ ਐਕਸ਼ਨ ਲੈਣ ਦਾ। ਹੁਕਮ ਉਦੋਂ ਹੀ ਆਇਆ ਜਦੋਂ ਮਿਸਿਸ ਗਾਂਧੀ ਦਾ ਸੰਸਕਾਰ ਹੋ ਗਿਆ ਸੀ। ਅੱਜ ਦੀ ਤਰੀਕ 1984 38 ਸਾਲ ਪਹਿਲਾਂ 3 ਨਵੰਬਰ ਨੂੰ, ਜਦੋਂ ਉਹਨਾਂ ਦਾ ਸੰਸਕਾਰ ਕੋਈ ਲਗਭਗ 2:30-3 ਵਜੇ ਹੋ ਗਿਆ ਸੀਗਾ, 3 ਨਵੰਬਰ 1984 'ਚ। ਉਹਦੇ ਬਾਅਦ ਫੌਜ ਨੂੰ ਇਜਾਜ਼ਤ ਮਿਲੀ। ਉਹਦੇ ਬਾਅਦ ਫੌਜ ਨੇ ਦੋ ਚਾਰ ਨਹੀਂ, ਕਾਫੀ ਜਗ੍ਹਾ ਉਹਨਾਂ ਨੇ ਗੋਲੀ ਵੀ ਚਲਾਈ। ਉਹਦੇ ਵਿੱਚ ਮੇਰਾ ਖਿਆਲ 8-10 ਬੰਦੇ ਵੀ ਮਰੇ, ਔਰ ਉਹਦੇ ਬਾਅਦ ਲਾਅ ਐਂਡ ਆਰਡਰ ਜਿਹੜਾ ਸੀਗਾ ਉਹ ਕਾਇਮ ਹੋ ਗਿਆ। ਸੋ ਬਹੁਤ ਸਾਰੇ ਲੋਕ ਅਜੇ ਵੀ ਉਮੀਦ 'ਚ ਨੇ ਕਿ ਇਨਸਾਫ ਮਿਲੂਗਾ। ਲੱਗਦਾ ਕਿ ਇਸ ਦਿਨ ਮਿਲੂ ਜਾਂ ਕੁਛ? ਉਹ ਰਾਤ ਗਈ ਬਾਤ ਗਈ ਜੀ। ਉਹ ਹੁਣ ਇਨਸਾਫ ਦੀ ਤਾਂ ਗੱਲ ਛੱਡੋ, ਕੁਛ ਨਹੀਂ ਹੋਣਾ। 38 ਸਾਲ 40 ਸਾਲ ਹੋ ਗਏ ਨੇ, ਹੁਣ ਜੋ ਇਨਸਾਫ ਮਿਲਣਾ ਸੀ ਉਹ ਮਿਲ ਗਿਆ। ਹੋਰ ਕੋਈ ਉਮੀਦ ਨਾ ਰੱਖੋ, ਹੋਰ ਇਹਦੀ ਉਮੀਦ ਮੇਰੇ ਦਿਮਾਗ ਵਿੱਚ ਤਾਂ ਕੋਈ ਉਮੀਦ ਨਹੀਂ ਹੈਗੀ। ਬਹੁਤ ਧੰਨਵਾਦ ਹੈ। ਗੱਲ ਕਰਦੇ ਹੋਏ ਥੋੜਾ ਜਿਹਾ ਦਿਲ ਭਾਵੁਕ ਹੁੰਦਾ, ਪਰ ਤੁਸੀਂ ਆਪਣੀ ਅੱਖੀ ਦੇਖਿਆ ਤਾਂ ਅਸੀਂ ਸੋਚ ਸਕਦੇ ਹਾਂ ਕਿ ਇੱਕ ਪੱਤਰਕਾਰ ਦੀ ਭੂਮਿਕਾ ਨਿਭਾਉਂਦੇ ਇੱਕ ਇਨਸਾਨ ਦੀ ਵੀ ਭੂਮਿਕਾ ਨਾਲ ਨਿਭਾਉਣੀ ਪੈਂਦੀ, ਬੜੀ ਔਖੀ ਹੈ। ਬਿਲਕੁਲ ਜੀ ਬਿਲਕੁਲ। ਔਰ ਇਹ ਗੱਲ ਜਿਹਨੇ ਦੇਖੀ ਉਹ ਭੁੱਲ ਨਹੀਂ ਸਕਦੇ। ਔਰ ਗੁੱਸਾ ਵੀ ਆਉਂਦਾ ਜੀ ਸਿੱਖ ਹੋਣ ਦੇ ਨਾਤੇ ਵੀ, ਔਰ ਸਿੱਖਾਂ ਦੇ ਬਾਰੇ ਆਪਣੀ ਕੌਮ ਦੇ ਵਿੱਚ ਜਿਹੜੇ ਇਹਨਾਂ ਨੇ ਚੁਣ ਕੇ ਮਾਰੇ, ਗੁੱਸਾ ਤੇ ਆਉਂਦਾ ਹੀ ਹੈ ਜੀ, ਪਰ ਕੋਈ ਕੁਝ ਕਰ ਨਹੀਂ ਸਕਦਾ। ਰਿਪੋਰਟਿੰਗ ਕਰਦੇ ਸੀ, ਖਬਰ ਭੇਜਦੇ ਸੀ, ਕੀ ਵਾਕਈ ਸੱਚ ਆਇਆ ਜਾਂ ਫਿਰ ਵੱਡੇ ਅਦਾਰੇ ਵੀ ਜਿਵੇਂ ਅੱਜ ਦਾ ਸਮੇਂ ਆ ਕਿ ਹੱਥੀ ਚੜੇ ਹੋਏ ਨੇ ਤੇ ਉਦਾਂ ਹੀ? ਦੇਖੋ ਜੀ, ਸਰਕਾਰਾਂ ਜਿਹੜੀਆਂ ਹਿੰਦੁਸਤਾਨ 'ਚ ਆਈਆਂ ਪਿਛਲੇ 30 40 50 ਸਾਲਾਂ 'ਚ, ਉਹਨਾਂ ਸਾਰਿਆਂ ਦਾ ਰਿਕਾਰਡ ਜਿਹੜਾ ਹੈਗਾ ਉਹ ਮਾੜਾ ਹੀ ਹੈ ਜੀ। ਔਰ ਕਾਂਗਰਸ ਪਾਰਟੀ ਦਾ ਵੀ ਰਿਕਾਰਡ ਮਾੜਾ ਹੈ, ਹੁਣ BJP ਦਾ ਵੀ ਮਾੜਾ ਹੀ ਰਿਹਾ। ਹੁਣ 2002 ਦੇ ਵਿੱਚ ਵੀ ਦੰਗੇ ਹੋਏ ਗੁਜਰਾਤ ਦੇ ਵਿੱਚ, ਮੁਸਲਮਾਨ ਉਹਨਾਂ ਨੇ ਉਸੇ ਤਰ੍ਹਾਂ ਉਸੇ ਫਾਰਮੂਲੇ ਤੇ ਉਹਨਾਂ ਨੇ ਮੁਸਲਮਾਨ ਵੀ ਮਾਰੇ, ਮੁਸਲਮਾਨ ਚੁਣ ਕੇ ਮਾਰੇ। ਔਰ ਸਰਕਾਰ ਨੇ, ਪੁਲਿਸ ਨੇ ਪਰਮਿਸ਼ਨ ਦਿੱਤੀ ਗੁੰਡਿਆਂ ਨੂੰ, ਬਦਮਾਸ਼ਾਂ ਨੂੰ, ਕਿ ਤੁਸੀਂ ਜਾ ਕੇ। ਔਰ ਇਹ ਜਿਹੜੀ ਸਰਕਾਰ ਹੈ BJP ਦੀ, ਉਹ ਜ਼ਿਆਦਾ ਆਰਗੇਨਾਈਜ਼ਡ ਹੈ। ਕਾਂਗਰਸ ਦੇ ਇਹਨੇ ਕਾਡਰ ਨਹੀਂ ਹੈਗੇ ਜਿੱਦਾਂ BJP ਦੇ RSS ਕਾਡਰ ਹੈਗੇ ਨੇ। ਉਹ ਕਾਫੀ ਟ੍ਰੇਨਡ ਆਦਮੀ ਨੇ, ਉਹਨਾਂ ਨੂੰ ਤਾਂ ਅਸਲੇ 'ਚ ਵੀ ਟ੍ਰੇਨਿੰਗ ਮਿਲਦੀ ਹੈ। ਰੋਜ਼ ਸਵੇਰੇ ਪੂਰੇ ਹਿੰਦੁਸਤਾਨ 'ਚ ਪਾਰਕਾਂ 'ਚ ਆਪਣੀ ਟ੍ਰੇਨਿੰਗ ਕਰਦੇ ਨੇ RSS ਵਾਲੇ। ਸੋ ਇਹ ਗੱਲ ਜਿਹੜੀ ਹੈ ਜੀ, ਇਹ ਇੱਕ ਸਾਡਾ ਰਵੱਈਆ ਜਿਹਾ ਬਣ ਗਿਆ ਹੈ ਹਿੰਦੁਸਤਾਨ ਦੇ ਵਿੱਚ, ਜਿਹਨੂੰ ਅੰਗਰੇਜ਼ੀ 'ਚ ਮੈਜੋਰਿਟੇਰੀਅਨਿਜ਼ਮ ਕਹਿੰਦੇ ਨੇ। ਕਿ ਜਿਹੜੀ ਮੈਜੋਰਿਟੀ ਕਮਿਊਨਿਟੀ ਹੈ, 1984 'ਚ ਹਿੰਦੂ ਮੈਜੋਰਿਟੀ ਕਮਿਊਨਿਟੀ ਸੀ, 2002 'ਚ ਵੀ ਮੈਜੋਰਿਟੀ ਕਮਿਊਨਿਟੀ ਹੈ। ਸੋ ਇਹ ਗੱਲਾਂ ਜਿਹੜੀਆਂ ਨੇ, ਮੈਂ ਤਾਂ ਸੋਚਦਾ ਕਿ ਇਹ ਸਾਡਾ ਇੱਕ ਬੜਾ ਮੈਲਾ ਇਤਿਹਾਸਿਕ ਵਰਕਾ ਹੈ ਜੀ। ਮਤਲਬ ਸਿੱਧੇ ਤੌਰ ਤੇ ਮੁੱਖ ਦੀ ਗੱਲ ਇਹ ਵੀ ਕਹਿ ਸਕਦੇ ਹਾਂ ਕਿ ਅੱਜ ਦੇ ਟਾਈਮ 'ਚ ਪੱਤਰਕਾਰੀ ਤਾਂ ਹੁਣ ਮਰੀ ਹੋ ਪਈ ਹੈ।
ਲਾਸ਼ ਲੱਗਦਾ ਜੇ ਮੋਢਿਆਂ ਦਾ ਜੋ ਵੀ ਦਫਨ ਕਰਿਆ। ਬਿਲਕੁਲ ਹੁਣ ਤਾਂ ਜੀ ਉਹ ਟਾਈਮ ਸੀਗਾ 84 ਚ, ਜਦੋਂ ਕੋਈ ਸੋਸ਼ਲ ਮੀਡੀਆ ਨਹੀਂ ਸੀਗਾ, ਇੰਟਰਨੈਟ ਨਹੀਂ ਸੀਗਾ, ਮੋਬਾਈਲ ਫੋਨ ਨਹੀਂ ਸੀਗੇ। ਖਬਰ ਜਿਹੜੀ ਸੀਗੀ ਉਹ ਜਾਂ ਤਾਂ ਸ਼ਾਮ ਨੂੰ ਦੂਰਦਰਸ਼ਨ ਤੇ ਜਾਂ ਆਲ ਇੰਡੀਆ ਰੇਡੀਓ ਤੇ ਆਉਂਦੀ ਸੀ, ਜਾਂ ਅਗਲੇ ਦਿਨ ਸਵੇਰੇ ਅਖਬਾਰਾਂ 'ਚ ਆਉਂਦੀ ਸੀ। ਅੱਜ ਦੀ ਤਰੀਕ ਦੇ ਵਿੱਚ ਹੁਣ ਜਿਹੜੇ 2002 ਚ ਜਿਹੜੀਆਂ ਦੰਗੇ ਹੋਏ ਆ, ਉਹਦੇ 'ਚ ਟੈਲੀਵਿਜ਼ਨ 'ਚ ਵੀ ਕਵਰੇਜ ਆਈ, ਉਹਦੇ 'ਚ ਸੋਸ਼ਲ ਮੀਡੀਆ 'ਚ ਵੀ ਆਈ, ਸਾਰੀ ਜਗ੍ਹਾ ਆਈਆਂ, ਤੇ ਉਹ ਇੰਨੀ ਤਜ਼ਾਦ ਤੱਕ ਨਹੀਂ ਹੋਈ। ਕਿਉਂਕਿ ਗੁਜਰਾਤ ਦੇ ਵਿੱਚ ਵੀ ਜਦੋਂ ਰਾਈਟਿੰਗ ਹੋਈ ਉਹ ਫਰਵਰੀ 2002 ਤੋਂ ਲੈ ਕੇ ਲਗਭਗ ਮਈ 2002 ਤੱਕ ਹੋਈ। ਉਹਦੇ ਵਿੱਚ ਇੰਨੇ 4-5 ਮਹੀਨਿਆਂ 'ਚ ਕੋਈ 900 ਜਾਂ 1000 ਬੰਦੇ ਮਰੇ, ਉਹਦੇ 'ਚੋਂ ਮੈਜੋਰਿਟੀ ਮੁਸਲਮਾਨਾਂ ਦੀ ਸੀਗੀ। ਪਰ ਇੱਥੇ ਦਿੱਲੀ ਦੇ ਵਿੱਚ ਤੁਸੀਂ ਜੇ ਉਹਨੂੰ ਕੰਪੇਅਰ ਕਰੋ ਤੇ 72 ਘੰਟਿਆਂ ਦੇ ਵਿੱਚ ਓਫੀਸ਼ੀਅਲ ਫਿਗਰ ਵੀ ਮੰਨੋ ਤੇ 2700-2800 ਬੰਦੇ ਮਰੇ। ਸੋ ਬੜਾ ਫਰਕ ਪੈਂਦਾ ਜੀ ਮੀਡੀਆ ਦੇ ਐਕਸਪੋਜ਼ਰ ਦੇ ਨਾਲ। 2002 ਚ ਲੋਕਾਂ ਨੇ ਟੈਲੀਵਿਜ਼ਨ ਚੈਨਲਾਂ ਨੇ ਐਕਸਪੋਜ਼ ਕੀਤਾ ਔਰ ਉਹ ਦਿਖਾਇਆ। ਸੋ ਉਹ ਅਸਰ ਤਾਂ ਹੁੰਦਾ ਹੀ ਹੈ ਜੀ। ਬਹੁਤ ਬਹੁਤ ਧੰਨਵਾਦ, ਤੁਸੀਂ ਬੜਾ ਜਿਹੜਾ ਵਿਚਾਰ ਅੱਜ ਜਿਹੜੇ ਸਾਡੇ ਨਾਲ ਸਾਂਝੇ ਕੀਤੇ ਨੇ, ਤੇ ਇਹ ਵੀ ਮਾਫੀ ਕਿ ਉਹ ਸਮਾਂ ਤੁਹਾਨੂੰ ਜਿਹੜਾ ਫਿਰ ਤੋਂ ਜਿਹੜਾ ਜ਼ਿਆਦਾ ਹੈ ਤੇ ਤਾਜ਼ਾ ਹੋਇਆ। ਬਹੁਤ ਥੈਂਕ ਯੂ ਜੀ। ਸੋ ਬੇਦੀ ਸਾਹਿਬ ਸੀਨੀਅਰ ਜਰਨਲਿਸਟ ਸਾਡੇ ਨਾਲ ਸੀਗੇ, ਜਿਹੜੇ ਚਰਚਾ ਕਰ ਰਹੇ ਸੀਗੇ ਦਿੱਲੀ ਦੇ ਉਸ ਮੰਜ਼ਰ ਦੀ, ਕਿਉਂਕਿ ਉਸ ਸਮੇਂ ਇਹਨਾਂ ਨੇ ਉੱਥੇ ਰਿਪੋਰਟਿੰਗ ਕੀਤੀ ਤੇ ਸਭ ਕੁਝ ਅੱਖੀ ਦੇਖਿਆ ਕਿ ਕਿਸ ਤਰੀਕੇ ਦੇ ਹਾਲਾਤ ਬਣੇ ਹੋਏ ਸੀਗੇ। ਤੇ ਇੱਕ ਗੌਰਮੈਂਟ ਜਿਵੇਂ ਆ ਕਿ ਕਤਲ ਕਰਨ ਤੇ ਜਾਂ ਖੁਦ ਲਾਇਸੈਂਸ ਦੇ ਕੇ ਕਤਲ ਕਰਵਾਉਣ ਦੇ ਤੁਰੀ ਹੋਈ ਸੀ, ਤਾਂ ਬਚਾਵੇਗਾ ਕੌਣ? ਖੁਦ ਰਖਵਾਲਾ ਹੀ ਜੇਕਰ ਜਿਹੜਾ ਰਕਸ਼ਕ ਆ ਭਕਸ਼ਕ ਬਣ ਜਾਵੇ। ਸੋ ਦੇਖਦੇ ਰਹੋ ਟੀਵੀ ਪੰਜਾਬ, ਮੈਂ ਤੁਹਾਡਾ ਜਸਪ੍ਰੀਤ ਸਿੰਘ ਅਸ਼ਕ।